बोरवेल ਦੇ ਵਿੱਚ ਫਸੇ ਸੁਰੇਸ਼ ਨੂੰ ਲਗਭਗ 46 ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਬਾਹਰ ਕੱਢਣ ਦੇ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ, ਲਗਾਤਾਰ ਮਸ਼ੀਨਾਂ ਲੱਗੀਆਂ ਹੋਈਆਂ ਨੇ ਔਰ ਕੁਝ ਹੀ ਫੁੱਟ ਦੀ ਦੂਰੀ ਦੇ ਉੱਪਰ ਇਸ ਸਮੇਂ ਸੁਰੇਸ਼ ਹੈਗਾ ਜਿਸ ਨੂੰ ਬਾਹਰ ਕੱਢਣ ਦੇ ਲਈ ਲਗਾਤਾਰ ਜਦੋਜਹਿਦ ਕੀਤੀ ਜਾ ਰਹੀ ਹੈ। ਔਰ ਸਾਹਮਣੇ ਜੀਸੀਬੀ ਮਸ਼ੀਨ ਜਿਹੜੀ ਹੈ ਤੁਹਾਨੂੰ ਚੱਲਦੀ ਨਜ਼ਰ ਆ ਰਹੀ, ਇਹ ਵੱਡੀ ਜੀਸੀਬੀ ਮਸ਼ੀਨ ਹੈਗੀ ਆ ਜਿਹਦੇ ਨਾਲ ਸੁਰੇਸ਼ ਨੂੰ ਬਾਹਰ ਕੱਢਣ ਦੀ, ਜਿਹਦੇ ਨਾਲ ਸੁਰੇਸ਼ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਆਲੇ ਦੁਆਲੇ ਜਿਹੜੀਆਂ ਨੇ ਮਸ਼ੀਨਾਂ ਚੱਲਦੀਆਂ ਤੁਹਾਨੂੰ ਨਜ਼ਰ ਆਉਣਗੀਆਂ। ਲਗਭਗ 10 ਜੀਸੀਬੀ ਮਸ਼ੀਨਾਂ ਲੱਗੀਆਂ ਹੋਈਆਂ ਨੂੰ ਸੁਰੇਸ਼ ਨੂੰ ਲੱਭਣ ਦੇ ਲਈ ਲੱਗੀਆਂ ਹੋਈਆਂ ਨੇ। ਟੀਮਾਂ ਇੱਥੇ ਮੌਜੂਦ ਹੈਗੀਆਂ ਨੇ। ਮੇਰੇ ਪਿੱਛੇ ਤੁਹਾਨੂੰ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਇਹ ਵੀ ਖੜੀਆਂ ਨਜ਼ਰ ਆਉਣਗੀਆਂ, ਪਰ ਇਹ ਉਡੀਕ ਕਰ ਰਹੇ ਨੇ ਕਿ ਕਦੋਂ ਸੁਰੇਸ਼ ਜਿਹੜਾ ਉਹ ਨਜ਼ਰ ਪਵੇ ਔਰ ਉਸ ਤੋਂ ਬਾਅਦ ਐਨਡੀਆਰਐਫ ਦੇ ਵੱਲੋਂ ਜਾ ਕੇ ਸੁਰੇਸ਼ ਨੂੰ ਬਾਹਰ ਕੱਢਿਆ ਜਾਏਗਾ। ਤਾਂ ਜਿੱਥੇ ਇਹ ਮਸ਼ੀਨ ਚੱਲਦੀ ਨਜ਼ਰ ਆ ਰਹੀ ਹੈ, ਟੈਕਨੀਕਲੀ ਤਰੀਕੇ ਦੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਹੋਇਆ ਕੀ ਔਰ ਕਿੱਥੇ ਕੁ ਸੁਰੇਸ਼ ਇਸ ਸਮੇਂ ਹੈਗਾ। ਤਾਂ ਸਾਹਮਣੇ ਜਿਹੜਾ ਪਾਈਪ ਤੁਹਾਨੂੰ ਫਰਮਾ ਜਿਹੜਾ ਉਹ ਨਜ਼ਰ ਆ ਰਿਹਾ ਬੋਰ ਕਰਨ ਵਾਲਾ, ਤਾਂ ਉਹਦੇ ਨਾਲ ਜਿਹੜੀ ਹੈ ਇਹ ਜੀਸੀਬੀ ਮਸ਼ੀਨ ਲੱਗੀ ਹੋਈ ਹੈ ਜਿਹੜੀ ਟੋਆ ਪੁੱਟ ਰਹੀ ਹੈ। ਤਾਂ ਇਹ ਟੋਆ ਪੁੱਟ ਕੇ ਜਿਹੜਾ ਸੁਰੇਸ਼ ਦੇ ਲਾਗੇ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇਹ ਤਿੰਨ ਜਿਹੜੇ ਨੇ ਪਿੱਲਰ ਤੁਹਾਨੂੰ ਨਜ਼ਰ ਆ ਰਹੇ ਨੇ। ਤਾਂ ਇਹ ਤਿੰਨ ਪਿੱਲਰਾਂ ਦੇ ਨਾਲ ਹੀ ਚੌਥਾ ਪਿੱਲਰ ਬਣਾਉਣ ਦੀ ਜਿਹੜੀ ਸੀਗੀ ਉਹ ਕੋਸ਼ਿਸ਼ ਕੀਤੀ ਜਾ ਰਹੀ ਸੀਗੀ। ਤਾਂ ਚੌਥੇ ਪਿੱਲਰ ਦਾ ਜਦੋਂ ਬੋਰ ਕੀਤਾ ਜਾ ਰਿਹਾ ਸੀਗਾ ਤਾਂ ਬੋਰ ਵਾਲੀ ਮਸ਼ੀਨ ਜਿਹੜੀ ਆ ਰਸਤੇ 'ਚ ਫਸ ਜਾਂਦੀ ਹੈ, ਜਿਸ ਨੂੰ ਸੁਰੇਸ਼ ਤੇ ਪਵਨ ਕੱਢਣ ਜਾਂਦੇ ਨੇ। ਪਵਨ ਬਾਹਰ ਆ ਜਾਂਦਾ ਹੈ ਔਰ ਸੁਰੇਸ਼ ਜਿਹੜਾ ਅੰਦਰ ਫਸ ਜਾਂਦਾ। ਤਾਂ ਇਹ ਜਿਹੜਾ ਸਾਹਮਣੇ ਤੁਹਾਨੂੰ ਫਰਮਾ ਨਜ਼ਰ ਆ ਰਿਹਾ, ਤਾਂ ਇਹਦੇ ਬਿਲਕੁਲ ਨਾਲ ਜਿਹੜਾ ਉਹ ਸੁਰੇਸ਼ ਇਸ ਸਮੇਂ ਫਸਿਆ ਹੋਇਆ। ਤਾਂ ਉਹਦੇ ਉੱਪਰ ਮਿੱਟੀ ਪਈ ਹੋਈ ਹੈ, ਜਾਨੀ ਕਿ ਤੁਸੀਂ ਕਹਿ ਲਓ ਕਿ ਮਿੱਟੀ ਦੇ ਵਿੱਚ ਇਸ ਸਮੇਂ ਸੁਰੇਸ਼ ਦਬਿਆ ਹੋਇਆ। ਤਾਂ ਇਹ ਫਰਮੇ ਦੇ ਬਿਲਕੁਲ ਨਾਲ ਜਿਹੜਾ ਉਹ ਦਬਿਆ ਹੋਇਆ। ਤਾਂ ਜਿਹੜੇ ਇੱਥੋਂ ਟੀਮਾਂ ਜਿਹੜੀਆਂ ਗਈਆਂ ਸੀਗੀਆਂ ਹੇਠਾਂ, ਤਾਂ ਉਹ ਦੇਖ ਕੇ ਆਈਆਂ ਨੇ। ਤਾਂ ਉਵੇਂ ਹੀ ਜਿਵੇਂ ਕਹਿੰਦੇ ਨੇ ਕਿ ਠੀਕ ਕਰ ਰਿਹਾ ਸੀਗਾ ਹੱਥ ਪਾ ਕੇ, ਤਾਂ ਉਵੇਂ ਹੀ ਉਵੇਂ ਜਿਹੜਾ ਉੱਥੇ ਹੀ ਸੁਰੇਸ਼ ਜਿਹੜਾ ਉਹ ਫਸ ਜਾਂਦਾ, ਕਿਉਂਕਿ ਉੱਪਰ ਜਿਹੜੀ ਹੈ ਮਿੱਟੀ ਡਿੱਗ ਜਾਂਦੀ ਆ। ਤਾਂ ਉਸ ਤੋਂ ਬਾਅਦ ਹੁਣ ਲਗਾਤਾਰ ਇਹ ਮਸ਼ੀਨਾਂ ਲੱਗੀਆਂ ਹੋਈਆਂ ਨੇ ਸੁਰੇਸ਼ ਨੂੰ ਲੱਭਣ ਦੇ ਲਈ ਔਰ ਕੱਢਣ ਦੇ ਲਈ। 2 ਵਾਰ ਕਹਿੰਦੇ ਨੇ ਕਿ ਸੁਰੇਸ਼ ਤੱਕ ਪਹੁੰਚ ਹੋ ਗਈ ਸੀਗੀ, ਪਰ ਮਿੱਟੀ ਦੀਆਂ ਟਿੱਗਾਂ ਡਿੱਗਣ ਦੇ ਕਾਰਨ ਜਿਹੜਾ ਸੁਰੇਸ਼ ਤੱਕ ਫਿਰ ਵੀ ਜਿਹੜਾ ਉਹ ਨਹੀਂ ਪਹੁੰਚ ਜਾ ਸਕਿਆ, ਕਿਉਂਕਿ ਜਦੋਂ ਬੈਲਟ ਕਹਿੰਦੇ ਪਾਉਣ ਹੀ ਲੱਗੇ ਸੀਗੇ ਸੁਰੇਸ਼ ਜਦੋਂ ਲੱਭ ਗਿਆ ਤਾਂ ਉਸੇ ਵੇਲੇ ਜਿਹੜੀਆਂ ਨੇ ਮਿੱਟੀ ਦੀਆਂ ਟਿੱਗਾਂ ਜਿਹੜੀਆਂ ਨੇ ਡਿੱਗ ਜਾਂਦੀਆਂ ਨੇ। ਵੈਸੇ ਮਿੱਟੀ ਨਹੀਂ ਹੈਗੀ, ਇਹ ਥੱਲੇ ਰੇਤਾ ਆ ਗਈ ਆ ਜਿਹੜੀ ਖਿਸਕਦੀ ਜਾ ਰਹੀ ਹੈ ਔਰ ਹੇਠਾਂ ਡਿੱਗਦੀ ਜਾਂਦੀ ਆ। ਤਾਂ ਉਹਨੂੰ ਲਗਾਤਾਰ ਜਿਹੜੀ ਆ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇਹ ਲੰਮਾ ਕਿਉਂ ਹੋ ਗਿਆ, ਇਹਦੇ ਵਿੱਚ ਦੇਰੀ ਕਿਉਂ ਆ ਰਹੀ ਹੈ, ਜਾਂ ਸੁਰੇਸ਼ ਨੂੰ ਕੱਢਣ ਦੇ ਵਿੱਚ ਸਭ ਤੋਂ ਵੱਡੀ ਦਿੱਕਤ ਕੀ ਆ ਰਹੀ ਆ, ਉਹ ਵੀ ਤੁਹਾਨੂੰ ਦੱਸ ਦਿੰਦੇ ਆ। ਕਿ ਇਹ ਜਿਹੜੀ ਮਸ਼ੀਨ ਲੱਗੀ ਹੋਈ ਆ, ਤਾਂ ਮਸ਼ੀਨ ਦੇ ਨਾਲ ਜਿਹੜੀ ਇਹ ਤੁਸੀਂ ਮਿੱਟੀ ਦੇਖ ਰਹੇ ਹੋ, ਮਿੱਟੀ ਦੇ ਪਰਲੇ ਬੰਨੇ ਜਿਹੜਾ ਉਹ ਛੱਪੜ ਹੈਗਾ। ਤਾਂ ਇਹ ਮਿੱਟੀ ਬੜੀ ਪੋਲੀ ਹੈਗੀ ਆ, ਦਲਦਲੀ ਹੈਗੀ ਆ, ਇੱਕ ਕਿਸਮ ਦੇ ਨਾਲ ਰੇਤਾ ਜੀ ਹੈਗੀ ਆ। ਤਾਂ ਜਿਵੇਂ ਹੀ ਥੋੜਾ ਜਿਹਾ ਉਹਨੂੰ ਬੋਰ ਦੇ ਸੁਰੇਸ਼ ਦੇ ਲਾਗੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਤਾਂ ਤਿਵੇਂ ਹੀ ਉਤੋਂ ਮਿੱਟੀ ਦੀ ਕੋਈ ਨਾ ਕੋਈ ਢਿੱਗ ਡਿੱਗ ਜਾਂਦੀ ਆ। ਇਸੇ ਕਾਰਨ ਹੁਣ ਫਿਰ ਇਹ ਸਾਈਡ ਤੇ ਜਿਹੜੀਆਂ ਨੇ 6-7 ਮਸ਼ੀਨਾਂ ਤੁਹਾਨੂੰ ਲੱਗੀਆਂ ਨਜ਼ਰ ਆਉਣਗੀਆਂ। ਇਹ ਸਿਰਫ ਇਹਨਾਂ ਦਾ ਇਹੀ ਕੰਮ ਹੈ ਕਿ ਜਿਹੜੀ ਇਹ ਮਸ਼ੀਨ ਮਿੱਟੀ ਕੱਢ ਕੇ ਸਾਈਡ ਤੇ ਰੱਖ ਰਹੀ ਆ, ਤਾਂ ਉਹ ਬਾਕੀ ਮਸ਼ੀਨਾਂ ਜਿਹੜੀਆਂ ਨੇ ਉਹ ਮਿੱਟੀ ਕੱਢ ਕੇ ਦੂਜੇ ਪਾਸੇ ਰੱਖ ਰਹੀਆਂ ਨੇ। ਤਾਂ ਜਿੱਥੇ ਇਹ ਮਸ਼ੀਨ ਚੱਲਦੀ ਪਈ ਹੈ, ਜਿੱਥੇ ਇਹ ਮਸ਼ੀਨ ਤੁਹਾਨੂੰ ਨਜ਼ਰ ਆਏਗੀ ਫਰਮੇ ਦੇ ਲਾਗੇ, ਤਾਂ ਉਹਦੇ ਤੋਂ ਕੁਝ ਹੀ ਫੁੱਟ ਦੀ ਦੂਰੀ ਦੇ ਉੱਪਰ ਜਿਹੜਾ ਸੁਰੇਸ਼ ਹੈਗਾ, ਕਿਉਂਕਿ ਸੁਰੇਸ਼ ਤੱਕ ਪਹੁੰਚ ਕਰ ਲਈ ਗਈ ਸੀਗੀ। ਸੁਰੇਸ਼ ਦੀ ਜਿਹੜੀ ਸੀਗੀ ਉਹ ਕੈਪ ਉਹ ਵੀ ਇਹਨਾਂ ਟੀਮਾਂ ਦੇ ਹੱਥ ਲੱਗ ਗਈ ਸੀਗੀ। ਤਾਂ ਸੁਰੇਸ਼ ਨੂੰ ਕਹਿੰਦੇ ਬੈਲਟ ਪਾਉਣ ਲੱਗੇ ਸੀਗੇ, ਪਰ ਉਸੇ ਵੇਲੇ ਜਿਹੜੀ ਹੈ ਉਹ ਮਿੱਟੀ ਦੀ ਢਿੱਗ ਜਿਹੜੀ ਆ ਉਹ ਡਿੱਗ ਜਾਂਦੀ ਹੈ, ਤਾਂ ਸੁਰੇਸ਼ ਦੁਬਾਰਾ ਤੋਂ ਹੇਠਾਂ ਦਬ ਜਾਂਦਾ। ਤਾਂ ਇਹੀ ਕਾਰਨ ਹੈਗਾ, ਕਿਉਂਕਿ ਮਿੱਟੀ ਦੀਆਂ ਢਿੱਗਾਂ ਜਿਹੜੀਆਂ ਨੇ ਉਹ ਲਗਾਤਾਰ ਡਿੱਗ ਰਹੀਆਂ ਨੇ। ਇਹ ਥੱਲੇ ਟੀਮਾਂ ਲੱਗੀਆਂ ਹੋਈਆਂ ਤੁਹਾਨੂੰ ਨਜ਼ਰ ਆਉਣਗੀਆਂ ਜਿਹੜੀਆਂ ਇੱਥੇ ਬੈਠੀਆਂ ਨੇ, ਇਹ ਸਿਰਫ ਇੰਤਜ਼ਾਰ ਕਰ ਰਹੀਆਂ ਨੇ। ਇਹ ਐਨਡੀਆਰਐਫ ਨਾਲ ਲੱਗੀ ਹੈ ਕਿ ਜਿਵੇਂ ਹੀ ਉੱਥੋਂ ਇਸ਼ਾਰਾ ਮਿਲਦਾ, ਕਿਉਂਕਿ ਉਹ ਅੱਗੇ ਮਸ਼ੀਨ ਲੱਗੀ ਹੋਈ ਆ, ਤਾਂ ਮਸ਼ੀਨ ਜਿਹੜੀ ਆ ਉਹ ਫਰਮੇ ਦੇ ਨਾਲ ਮਿੱਟੀ ਕੱਢ ਰਹੀ ਆ, ਜਿਹਦੇ ਨਾਲ ਬਿਲਕੁਲ ਸੁਰੇਸ਼ ਇਸ ਸਮੇਂ ਜਿਹੜਾ ਉਹ ਲੱਗਾ ਹੋਇਆ, ਕਿਉਂਕਿ ਉਹ ਮਸ਼ੀਨ ਠੀਕ ਕਰਨ ਦੇ ਲਈ ਜਦੋਂ ਗਿਆ ਸੀਗਾ ਤਾਂ ਉਸੇ ਵੇਲੇ ਉੱਤੇ ਮਿੱਟੀ ਦੀ ਢਿੱਗ ਡਿੱਗ ਜਾਂਦੀ ਹੈ ਔਰ ਸੁਰੇਸ਼ ਹੇਠਾਂ ਫਸ ਜਾਂਦਾ। ਤਾਂ ਇਸੇ ਕਾਰਨ ਹੁਣ ਉਹਦੇ ਨਾਲ ਖੁਦਾਈ ਕੀਤੀ ਜਾ ਰਹੀ ਹੈ। ਤਾਂ ਬਿਲਕੁਲ ਜਿਹੜੀ ਹੈ ਕਹਿ ਲਓ ਕਿ ਜਿੱਥੇ ਸੁਰੇਸ਼ ਫਸਿਆ 70-80 ਫੁੱਟ ਦੇ ਉੱਪਰ ਫਸਿਆ ਸੀਗਾ, ਤਾਂ ਉੱਥੇ ਬਿਲਕੁਲ ਜਿਹੜੀ ਹੈ ਮਸ਼ੀਨ ਇਸ ਸਮੇਂ ਪਹੁੰਚੀ ਹੋਈ ਹੈ। ਤਾਂ ਉੱਥੋਂ ਦੁਬਾਰਾ ਹੁਣ ਮਿੱਟੀ ਕੱਢੀ ਜਾ ਰਹੀ ਹੈ, ਕਿਉਂਕਿ ਪਹਿਲਾਂ ਵੀ ਮਿੱਟੀ ਕੱਢੀ ਤਾਂ ਉਹਦੇ ਉੱਪਰ ਦੁਬਾਰਾ ਢਿੱਗ ਡਿੱਗ ਗਈ, ਤਾਂ ਇਸੇ ਕਾਰਨ ਜਿਹੜਾ ਉਹ ਹੇਠਾਂ ਫਸ ਗਿਆ। ਤਾਂ ਇਸੇ ਕਾਰਨ ਹੁਣ ਬਿਲਕੁਲ ਕੁਝ ਹੀ ਮਿੰਟ ਭਾਵੇਂ ਸ਼ਾਇਦ ਲੱਗਣ, ਤਾਂ ਕੁਝ ਹੀ ਮਿੰਟਾਂ ਦੀ ਦੂਰੀ ਦੇ ਉੱਪਰ ਕਹਿ ਲਓ ਕਿ ਸੁਰੇਸ਼ ਇਸ ਸਮੇਂ ਹੈਗਾ। ਤਾਂ ਇਹ ਪੂਰੀ ਤਿਆਰੀ ਜਿਹੜੀ ਆ ਇਹਨਾਂ ਦੇ ਵੱਲੋਂ ਕਰ ਲਈ ਗਈ ਆ। ਮਸ਼ੀਨਾਂ ਲੱਗੀਆਂ ਹੋਈਆਂ ਨੇ, ਐਨਡੀਆਰਐਫ ਦੀ ਟੀਮ ਔਰ ਦੂਜੀਆਂ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ। ਇਹ ਰਸਤਾ ਜਿਹੜਾ ਉਹ ਬਣਾਇਆ ਹੋਇਆ, ਇਹ ਜਿਹੜਾ ਤੁਹਾਨੂੰ ਰਸਤਾ ਨਜ਼ਰ ਆ ਰਿਹਾ, ਇਹ ਰਸਤਾ ਬਣਾਇਆ ਤਾਂ ਜਿਵੇਂ ਹੀ ਸੁਰੇਸ਼ ਇਹਨਾਂ ਨੂੰ ਨਜ਼ਰੀ ਪਿਆ, ਤਾਂ ਐਨਡੀਆਰਐਫ ਦੇ ਵੱਲੋਂ ਜਿਹੜਾ ਤੁਰੰਤ ਸੁਰੇਸ਼ ਨੂੰ ਲੈ ਕੇ ਸਾਹਮਣੇ ਜਿਹੜੀ ਐਂਬੂਲੈਂਸ ਲੱਗੀ ਹੈ, ਇਹ ਐਂਬੂਲੈਂਸ ਦੇ ਵਿੱਚ ਲਿਜਾਇਆ ਜਾਏਗਾ। ਡਾਕਟਰ ਦੀਆਂ ਟੀਮਾਂ ਜਿਹੜੀਆਂ ਨੇ ਉਹ ਬਿਲਕੁਲ ਜਿਹੜੀਆਂ ਨੇ ਰੈਡੀ ਖੜੀਆਂ ਨੇ। ਹਸਪਤਾਲ ਦੇ ਵਿੱਚ ਜਿਹੜਾ ਉਹ ਪਹਿਲਾਂ ਇੰਟੀਮੇਟ ਕਰ ਦਿੱਤਾ ਗਿਆ
ਆ ਤਾਂ ਇਸੇ ਕਾਰਨ ਪੂਰੀ ਤਿਆਰੀ ਮੈਡੀਕਲੀ ਕਰ ਲਈ ਗਈ ਹੈ। ਐਂਬੂਲੈਂਸ ਜਿਹੜੀ ਆ ਖਿਲਾਰ ਦਿੱਤੀ ਗਈ ਹੈ ਇੱਥੇ, ਕਿਉਂਕਿ ਕਿਸੇ ਵੀ ਵੇਲੇ ਹੁਣ ਸੁਰੇਸ਼ ਨੂੰ ਜਿਹੜਾ ਬਾਹਰ ਕੱਢ ਲਿਆ ਜਾਏਗਾ। ਤਾਂ ਇਹ ਰਸਤਾ ਜਿਹੜਾ ਹੈਗਾ, ਇਸੇ ਰਸਤੇ ਤੋਂ ਸੁਰੇਸ਼ ਨੂੰ ਬਾਹਰ ਕੱਢ ਕੇ ਲਿਆਂਦਾ ਜਾਏਗਾ। ਇਹ ਟੀਮਾਂ ਇੱਥੇ ਖੜੀਆਂ ਹੋਈਆਂ ਨੇ, ਸਾਰੀਆਂ ਮਸ਼ੀਨਾਂ ਲੱਗੀਆਂ ਨੇ। ਤਾਂ ਦੂਜੇ ਪਾਸੇ ਇਹ ਦੇਖੋ ਤੁਸੀਂ, ਇਹ ਸਾਈਡ ਤੇ ਮਸ਼ੀਨਾਂ ਤੁਹਾਨੂੰ ਜਿਹੜੀਆਂ ਲੱਗੀਆਂ ਨਜ਼ਰ ਆ ਰਹੀਆਂ ਨੇ, ਤਾਂ ਇਹਦੇ ਪਿੱਛੇ ਉਹ ਛੱਪੜ ਹੈਗਾ। ਤਾਂ ਸਾਹਮਣੇ ਇੱਕ ਟਰੈਕਟਰ ਵੀ ਲੱਗਾ ਹੋਇਆ, ਤਾਂ ਉਹ ਟਰੈਕਟਰ ਦੇ ਨਾਲ ਪਾਈਪ ਪਾ ਕੇ ਉਹ ਛੱਪੜ ਦਾ ਪਾਣੀ ਹੈ ਜਿਹੜਾ ਦੂਜੇ ਪਾਸੇ ਖੇਤਾਂ ਦੇ ਵਿੱਚ ਕੱਢਿਆ ਜਾ ਰਿਹਾ। ਉਹਦਾ ਕਾਰਨ ਇਹ ਹੈ ਕਿ ਉਹ ਜਿਹੜਾ ਛੱਪੜ ਦਾ ਪਾਣੀ ਹੈਗਾ ਤਾਂ ਉਹ ਰਿਸਦਾ ਸੀਗਾ, ਤਾਂ ਇਧਰਲੇ ਬੰਨੇ ਨੂੰ ਜਿਹੜਾ ਸੀਗਾ ਸਿਮਣਾ ਸ਼ੁਰੂ ਹੋ ਗਿਆ ਸੀਗਾ। ਉਹਦੇ ਕਾਰਨ ਟਿੱਗਾ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਸੀਗੀਆਂ। ਇਸੇ ਕਾਰਨ ਹੁਣ ਇੱਕ ਟਰੈਕਟਰ ਉੱਥੇ ਪੱਕਾ ਲਾਇਆ ਹੋਇਆ ਔਰ ਉਹ ਪਾਈਪ ਦੇ ਨਾਲ ਜਿਹੜਾ ਉਹ ਟਰੈਕਟਰ ਪਾਣੀ ਕੱਢ ਰਿਹਾ। ਤਾਂ ਇਹੀ ਕਾਰਨ ਉਹ ਹੈਗਾ ਕਿ ਜਿਹੜਾ ਇੰਨਾ ਜ਼ਿਆਦਾ ਇਹ ਸਮਾਂ ਲੱਗ ਰਿਹਾ, ਤਾਂ ਉਹਦੇ ਕਾਰਨ ਜਿਹੜਾ ਇਹਨਾਂ ਨੂੰ ਇੰਨੀ ਦੇਰੀ ਹੋ ਰਹੀ ਹੈ। ਤਾਂ ਇਹ ਤੁਹਾਨੂੰ ਜਿਹੜੀਆਂ ਨੇ ਇਹ ਸਾਰਾ ਤਸਵੀਰ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਵੇਲੇ ਇਹ ਮਾਹੌਲ ਇੱਥੇ ਕੀ ਹੈਗਾ, ਕਿਉਂਕਿ ਇਹ ਨੈਸ਼ਨਲ ਹਾਈਵੇ ਦਾ ਜਿਹੜਾ ਐਕਸਪ੍ਰੈਸ ਵੇ ਇੱਥੇ ਬਣਦਾ ਪਿਆ ਤਾਂ ਉਹਦਾ ਕੰਮ ਚੱਲ ਰਿਹਾ ਸੀਗਾ। ਤਾਂ ਇਹ ਕਰਤਾਰਪੁਰ ਦੇ ਨੇੜੇ ਬਸਰਾਮਪੁਰ ਪਿੰਡ ਜਿਹੜਾ ਉਹ ਹੈਗਾ, ਤਾਂ ਉੱਥੇ ਹੀ ਇਹਦਾ ਜਿਹੜਾ ਸੀਗਾ ਉਹ ਕੰਮ ਚੱਲਦਾ ਪਿਆ ਸੀਗਾ। ਤਾਂ ਉੱਥੇ ਹੀ ਜਿਹੜਾ ਇਹ ਮਸ਼ੀਨਾਂ ਫਸ ਜਾਂਦੀਆਂ ਨੇ। ਤਾਂ ਉਹ ਸਾਹਮਣੇ ਤੁਹਾਨੂੰ ਇੱਕ ਵਾਰੀ ਮਸ਼ੀਨ ਵੀ ਦਿਖਾ ਦਿੰਦੇ ਆ। ਉਹ ਸਾਹਮਣੇ ਜਿਹੜੀ ਮਸ਼ੀਨ ਤੁਹਾਨੂੰ ਨਜ਼ਰ ਆ ਰਹੀ ਹੈ, ਤੇ ਇਹਦੇ ਨਾਲ ਬੋਰ ਕੀਤਾ ਜਾਂਦਾ ਸੀਗਾ। ਕਾਫੀ ਕੋਸਟਲੀ ਕਹਿੰਦੇ ਨੇ ਕਿ ਇਹ ਮਸ਼ੀਨ ਹੈਗੀ ਆ, ਤਾਂ ਇਹਦੇ ਨਾਲ ਹੀ ਬੋਰ ਕੀਤਾ ਜਾ ਰਿਹਾ ਸੀਗਾ। ਤਾਂ ਜਿਸ ਵੇਲੇ ਥੱਲੇ ਇੱਕ ਜਿਹੜੀ ਆ ਉਹ ਟੈਕਨੀਕਲੀ ਇਹਨਾਂ ਨੂੰ ਖਰਾਬੀ ਆਉਂਦੀ ਆ, ਤਾਂ ਉਹਨੂੰ ਜਿਹੜਾ ਉਹ ਠੀਕ ਕਰਨ ਦੇ ਲਈ ਜਿਹੜੀ ਸੀਗੀ ਇਹ ਦੋ ਬੰਦੇ ਬੁਲਾਏ ਜਾਂਦੇ ਨੇ, ਪਵਨ ਤੇ ਸੁਰੇਸ਼। ਇਹ ਦੋਨੋਂ ਬੰਦੇ ਜਿਹੜੇ ਸੀਗੇ ਉਹ ਬੁਲਾਏ ਗਏ ਸੀਗੇ ਤਾਂ ਕਿ ਇਹ ਮਸ਼ੀਨ ਨੂੰ ਠੀਕ ਕਰਨ। ਤਾਂ ਉਹ ਹੇਠਾਂ ਤੱਕ ਚਲੇ ਵੀ ਗਏ, ਪਵਨ ਔਰ ਸੁਰੇਸ਼ ਦੋਨੋਂ ਜਾਣੇ ਜਾਂਦੇ ਨੇ ਹੇਠਾਂ। ਤਾਂ ਉਹਨੂੰ ਜਿਹੜਾ ਜਦੋਂ ਲੱਭਣ ਦੀ ਕੋਸ਼ਿਸ਼ ਕਰਦੇ ਨੇ ਟੈਕਨੀਕਲੀ ਖਰਾਬੀ ਨੂੰ, ਤਾਂ ਉਸੇ ਵੇਲੇ ਜਿਹੜੀ ਆ, ਕਿਉਂਕਿ ਨਾਲ ਜਿਹੜਾ ਫਰਮਾ ਪਿਆ ਸੀਗਾ, ਤਾਂ ਫਰਮਾ 30-35 ਫੁੱਟ ਤੇ ਦੱਸਿਆ ਜਾ ਰਿਹਾ ਕਿ ਫਰਮਾ ਸੀਗਾ, ਤਾਂ ਉਹਦੇ ਥੱਲੇ ਫਰਮਾ ਨਹੀਂ ਸੀਗਾ। ਉਹ ਥੱਲੇ ਗਏ ਸੀਗੇ ਜਿੱਥੇ ਬੋਰ ਵਾਲੀ ਮਸ਼ੀਨ ਜਿਹੜੀ ਸੀਗੀ ਉਹ ਖਰਾਬ ਹੋਈ ਸੀਗੀ। ਤਾਂ ਉਹਨੂੰ ਜਦੋਂ ਥੱਲੇ ਗਏ ਤਾਂ ਉਹਦੇ ਨਾਲ ਤੁਰੰਤ ਜਿਹੜਾ ਕੋਈ ਝਟਕਾ ਲੱਗਾ ਜਾਂ ਕੀ ਹੋਇਆ, ਤਾਂ ਮਿੱਟੀ ਦੀ ਢਿੱਗ ਜਿਹੜੀ ਆ ਉਹ ਡਿੱਗੀ, ਤਾਂ ਉਹਦੇ ਕਾਰਨ ਜਿਹੜਾ ਉਹ ਹੇਠਾਂ ਫਸ ਗਏ। ਤਾਂ ਉਸ ਤੋਂ ਬਾਅਦ ਜਿਹੜੀ ਆ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਸ਼ਨੀਵਾਰ ਇਹ ਰਾਤ ਦੀ ਗੱਲ ਹੈਗੀ ਆ ਜਦੋਂ ਤੋਂ ਇਹ ਸਾਰਾ ਕੰਮ ਚੱਲ ਰਿਹਾ, ਤਾਂ ਉਦੋਂ ਤੋਂ ਜਿਹੜਾ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਹੁਣ ਜਿਹੜਾ ਬਿਲਕੁਲ ਅਖੀਰ ਮੌਕੇ ਦੇ ਉੱਪਰ ਜਿਹੜਾ ਉਹ ਪਹੁੰਚ ਚੁੱਕੇ ਨੇ, ਬਿਲਕੁਲ ਨਜ਼ਦੀਕ ਜਿਹੜਾ ਹੈਗਾ। ਤਾਂ ਕੁਝ ਹੀ ਮਿੰਟਾਂ ਦੀ ਦੂਰੀ ਤੇ ਕਹਿ ਲਓ ਕਿ ਇੰਨੇ ਕੁ ਮਿੰਟ ਸ਼ਾਇਦ ਲੱਗਣ, ਤਾਂ ਉਸ ਤੋਂ ਬਾਅਦ ਸੁਰੇਸ਼ ਨੂੰ ਜਿਹੜਾ ਉਹ ਬਾਹਰ ਕੱਢ ਲਿਆ ਜਾਏਗਾ। ਤਾਂ ਲਗਾਤਾਰ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ, ਮੈਡੀਕਲ ਟੀਮ ਪਹੁੰਚ ਗਈ, NDRF ਦੀ ਟੀਮ ਪਹੁੰਚੀ ਹੋਈ ਹੈ। ਤਾਂ ਕੁਝ ਹੀ ਫੁੱਟ ਤੇ ਕਹਿ ਲਓ ਕਿ ਸੁਰੇਸ਼ ਇਸ ਸਮੇਂ ਹੈਗਾ, ਉਸ ਤੋਂ ਬਾਅਦ ਸੁਰੇਸ਼ ਨੂੰ ਬਾਹਰ ਕੱਢ ਲਿਆ ਜਾਏਗਾ। ਕੈਮਰਾਮੈਨ ਬਰਿੰਦਰ ਦੇ ਨਾਲ ਮਨਪ੍ਰੀਤ ਸਿੰਘ ਕਾਲੂ, ਜਗਬਾਣੀ TV, ਕਰਤਾਰਪੁਰ।